नमस्कार, स्वागत है जी खबरां देश बुलेटिन समय मैं हाजिर ਹਾਂ ਰਮਨ ਕੁਮਾਰ ਇੱਕ ਵਾਰ ਫੇਰ ਪਹਿਲਾ ਪੇਸ਼ ਨਹੀਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਅਰਥਚਾਰੇ ਦੇ ਮੁੜ ਲਈ ਤੇ ਆਉਣ ਦੇ ਸੰਕੇਤ ਮਿਲ ਰਹੇ ਨੇ ਅਤੇ ਭਾਰਤ ਅਜੇ ਵੀ ਵਿਸ਼ਵ ਦੇ ਖੁੱਲ੍ਹੇ ਅਰਥਚਾਰਿਆਂ ਵਿੱਚ ਸ਼ੁਮਾਰ ਹੈ। ਇੰਡੀਆ ਗਲੋਬਲ ਵੀਕ 2020 ਵਰਚੁਅਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵਿਸ਼ਵ ਪੱਧਰ ਅਰਥਚਾਰੇ ਦੀ ਵਾਪਸੀ ਦੀ ਅਤੇ ਕੋਵਿਡ-19 ਵਿਰੁੱਧ ਜੰਗ ਵਿੱਚ ਭਾਰਤ ਇੱਕ ਅਹਿਮ ਰੋਲ ਅਦਾ ਕਰੇਗਾ। ਆਪਣੇ ਲੋਕ ਸਭਾ ਹਲਕਾ ਵਾਰਾਣਸੀ ਦੇ ਗੈਰ ਸਰਕਾਰੀ ਸੰਗਠਨਾਂ ਨੂੰ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਾਰਾਣਸੀ ਬਰਾਮਦ ਹੱਬ ਵਜੋਂ ਉੱਭਰ ਸਕਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਆਤਮ ਨਿਰਭਰ ਭਾਰਤ ਮੁਹਿੰਮ ਦੇ ਮੁੱਖ ਕੇਂਦਰ ਵਜੋਂ ਵਿਕਸਿਤ ਕੀਤਾ ਜਾਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਸਰਹੱਦੀ ਖੇਤਰਾਂ ਵਿੱਚ ਵੀਡੀਓ ਕਾਨਫਰੰਸ ਰਾਹੀਂ 6 ਪੁਲ ਜਨਤਾ ਨੂੰ ਸਮਰਪਿਤ ਕੀਤੇ। ਦੇਸ਼ ਦੀਆਂ ਸਰਹੱਦਾਂ ਤੇ ਮੂਲ ਢਾਂਚੇ ਨੂੰ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਈ। ਸੁਪਰੀਮ ਕੋਰਟ ਨੇ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਤੇ ਮਹਾਰਾਸ਼ਟਰ ਸਰਕਾਰ ਨੂੰ ਝਾੜ ਪਾਈ। ਸੂਬਾ ਸਰਕਾਰ ਨੂੰ ਤਾਜ਼ਾ ਐਫੀਡੈਵਿਟ ਦਾਇਰ ਕਰਨ ਦਾ ਨਿਰਦੇਸ਼। ਅਗਲੀ ਸੁਣਵਾਈ 17 ਜੁਲਾਈ ਨੂੰ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਭਾਰਤ ਵਿੱਚ ਕੋਵਿਡ-19 ਦੀ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪਲਾਜ਼ਮਾ ਬੈਂਕ ਸਥਾਪਿਤ ਕਰਨ ਨੂੰ ਦਿੱਤੀ ਮਨਜ਼ੂਰੀ। 5 ਜ਼ਿਲ੍ਹਿਆਂ ਵਿੱਚ ਕੱਲ੍ਹ ਤੋਂ ਪਾਇਲਟ ਰੈਪਿਡ ਐਂਟੀਜਨ ਟੈਸਟਿੰਗ ਪ੍ਰੋਜੈਕਟ ਲਾਂਚ ਕੀਤਾ ਜਾਏਗਾ। ਲਾਕਡਾਊਨ ਕਾਰਨ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਦੂਜੇ ਮੁਲਕਾਂ ਦੇ ਫਸੇ ਨਾਗਰਿਕਾਂ ਦੀ ਵਾਪਸੀ ਜਾਰੀ। ਅੱਜ ਭਾਰਤ ਵਿੱਚ ਫਸੇ 82 ਨਾਗਰਿਕਾਂ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਭੇਜਿਆ ਗਿਆ। ਪਾਕਿਸਤਾਨ ਵਿੱਚ ਫਸੇ 114 ਭਾਰਤੀ ਵਤਨ ਪਰਤੇ। ਤੇ ਹੁਣ ਖਬਰਾਂ ਵਿਸਤਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਅਰਥਚਾਰੇ ਦੇ ਮੁੜ ਲਈ ਤੇ ਆਉਣ ਦੇ ਸੰਕੇਤ ਮਿਲ ਰਹੇ ਨੇ ਤੇ ਭਾਰਤ ਅਜੇ ਵੀ ਵਿਸ਼ਵ ਦੇ ਖੁੱਲ੍ਹੇ ਅਰਥਚਾਰੇ ਵਿੱਚ ਸ਼ੁਮਾਰ ਹੈ। ਅੱਜ ਇੰਡੀਆ ਗਲੋਬਲ ਵੀਕ 2020 ਵਰਚੁਅਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਅੱਜ ਜਦ ਵਿਸ਼ਵ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ ਉਸ ਵੇਲੇ ਅਰਥਚਾਰੇ ਦੀ ਵਾਪਸੀ ਬਾਰੇ ਚਰਚਾ ਸੁਭਾਵਕ ਹੈ ਤੇ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਵਿਸ਼ਵ ਪੱਧਰ ਤੇ ਅਰਥਚਾਰੇ ਦੀ ਵਾਪਸੀ ਅਤੇ ਕੋਵਿਡ-19 ਵਿਰੁੱਧ ਜੰਗ ਵਿੱਚ ਭਾਰਤ ਇੱਕ ਅਹਿਮ ਰੋਲ ਅਦਾ ਕਰੇਗਾ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਵਿੱਚ ਅਸੰਭਵ ਹਾਲ ਦਾ ਜਜ਼ਬਾ ਹੈ। ਉਹਨਾਂ ਕਿਹਾ ਕਿ ਭਾਰਤ ਵਿਸ਼ਵ ਕੰਪਨੀਆਂ ਨੂੰ ਇਸ ਦੇਸ਼ ਵਿੱਚ ਆ ਕੇ ਪੂੰਜੀਕਾਰੀ ਦਾ ਸੱਦਾ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਅਰਥ ਆਪਣੇ ਆਪ ਵਿੱਚ ਰਹਿਣਾ ਜਾਂ ਵਿਸ਼ਵ ਦੇ ਦਰਵਾਜ਼ੇ ਬੰਦ ਕਰਨਾ ਨਹੀਂ ਹੈ। ਉਹਨਾਂ ਕਿਹਾ ਕਿ ਜੋ ਮੌਕੇ ਇਸ ਵੇਲੇ ਭਾਰਤ ਦੇ ਰਿਹਾ ਹੈ ਉਹ ਬਹੁਤ ਹੀ ਘੱਟ ਮੁਲਕ ਪੇਸ਼ ਕਰ ਸਕਦੇ ਹਨ। ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀ ਸੈਕਟਰ ਵਿੱਚ ਭਾਰਤ ਵੱਲੋਂ ਲਿਆਂਦੇ ਗਏ ਸੁਧਾਰਾਂ ਸਦਕਾ ਵਿਦੇਸ਼ੀ ਕੰਪਨੀਆਂ ਨੂੰ ਸਟੋਰੇਜ ਅਤੇ ਲੌਜਿਸਟਿਕਸ ਦੇ ਖੇਤਰ ਵਿੱਚ ਪੂੰਜੀਕਾਰੀ ਤੇ ਬਹੁਤ ਆਕਰਸ਼ਕ ਮੌਕੇ ਮੁਹੱਈਆ ਹੋਣਗੇ। We are laying a red carpet for all global companies to come and establish their presence in India. Very few countries will offer the kind of opportunities that India does today. There are many possibilities and opportunities in various sunrise sectors in India. Our reforms in agriculture provide a very active investment opportunity to invest in storage and logistics. We are opening ਇੰਡੀਆ ਗਲੋਬਲ ਵੀਕ 2020 ਕਾਨਫਰੰਸ ਵਿੱਚ ਦੁਨੀਆ ਭਰ ਦੇ 30 ਦੇਸ਼ਾਂ ਤੋਂ 5000 ਦੇ ਕਰੀਬ ਡੈਲੀਗੇਟ ਹਿੱਸਾ ਲੈ ਰਹੇ ਹਨ। 3 ਦਿਨ ਚੱਲਣ ਵਾਲੀ ਇਸ ਕਾਨਫਰੰਸ ਦੇ 75 ਸੈਸ਼ਨ ਹੋਣਗੇ ਜਿਸ ਦੌਰਾਨ ਕੋਈ 250 ਬੁਲਾਰੇ ਇਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਇਸ ਦੌਰ ਵਿੱਚ ਵਾਰਾਣਸੀ ਦੇ ਲੋਕਾਂ ਉੱਥੋਂ ਦੇ ਪ੍ਰਸ਼ਾਸਨ ਤੇ ਗੈਰ ਸਰਕਾਰੀ ਸੰਗਠਨਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ ਅਤੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਖਤੀ ਨਾਲ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ। ਅੱਜ ਆਪਣੇ ਲੋਕ ਸਭਾ ਹਲਕੇ ਵਾਰਾਣਸੀ ਦੇ ਗੈਰ ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਵੀਡੀਓ ਲਿੰਕ ਰਾਹੀਂ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਮਜ਼ਬੂਤੀ ਨਾਲ ਕੀਤਾ ਹੈ। ਵਾਰਾਣਸੀ ਨੂੰ ਕਾਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਵੀ ਤਸੱਲੀ ਜ਼ਾਹਰ ਕੀਤੀ ਕਿ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੀ ਦਰ ਤੇਜ਼ ਹੋ ਰਹੀ ਹੈ।
ਨਰਿੰਦਰ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਆਕਾਰ ਅਤੇ ਆਬਾਦੀ ਦੇ ਲਿਹਾਜ਼ ਨਾਲ ਵੱਡਾ ਸੂਬਾ ਹੈ ਤੇ ਇੱਥੋਂ ਦੇ 24 ਕਰੋੜ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਹੈ। ਉਨ੍ਹਾਂ ਆਖਿਆ ਕਿ ਬ੍ਰਾਜ਼ੀਲ ਦੀ ਜਨਸੰਖਿਆ ਵੀ ਇਸ ਦੇ ਬਰਾਬਰ ਹੈ, ਪਰ ਉੱਥੇ ਕੋਵਿਡ-19 ਕਾਰਨ ਹਜ਼ਾਰਾਂ ਮੌਤਾਂ ਹੋਈਆਂ, ਜਦਕਿ ਉੱਤਰ ਪ੍ਰਦੇਸ਼ ਵਿੱਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 800 ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਰਾਣਸੀ ਇੱਕ ਬਰਾਮਦ ਹੱਬ ਵਜੋਂ ਉੱਭਰ ਸਕਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਆਤਮ ਨਿਰਭਰ ਭਾਰਤ ਮੁਹਿੰਮ ਦੇ ਮੁੱਖ ਕੇਂਦਰ ਵਜੋਂ ਵਿਕਸਿਤ ਕੀਤਾ ਜਾਏਗਾ। तो सारी दुनिया भारत का नाम लेते ही उनको डर लगता था। बड़े बड़े एक्सपर्ट ये कह रहे थे और भारत पर सवाल खड़ा करने लगे थे। 23-24 करोड़ की आबादी वाले हमारा उत्तर प्रदेश, और उसके लिए तो लोगों को ढेर सारी शंका कुशंकाएं भी थी कि ये कैसे बचेगा। कोई कहता था कि यूपी में गरीबी बहुत है, यहाँ बाहर काम करने गए श्रमिक कामगार साथी बहुत है, वो 2 गज की दूरी का पालन कैसे कर पाएंगे, वो कोरोना से नहीं तो भूख से मर जाएंगे। लेकिन आपके सहयोग ने, उत्तर प्रदेश के लोगों के परिश्रम ने, पराक्रम ने सारी आशंकाओं को ध्वस्त कर दिया। रक्षा मंत्री राजनाथ सिंह ने आज पश्चिमी सैक्टर सने देश के कई संवेदनशील सरहदी खेत्रों में बुनियादी ढांचे के प्रोजेक्टों की शुरुआत की थी। राजनाथ सिंह वालों जम्मू और कश्मीर के सरहदी खेत्रों में वीडियो कॉन्फ्रेंस राਹੀਂ 6 पुलों का उद्घाटन किया गया। रक्षा मंत्री ने भारतीय फौज के मुखी MM नरवाणे, रक्षा सकत्तर अजय कुमार, सरहदी सड़क संगठन BRO के डायरैक्टर जनरल लैफ्टिनेंट जनरल हरपाल सिंह ते होरनां दी मौजूदगी विच इन्हां पुलां नूं राष्ट्र नूं समर्पित किया। 4 पुल अखनूर पल्लांवाला सड़क ते अखनूर विच उसारे गए हैं, जदों कि 2 पुल कठुआ जिले के तरना नाला उपर बनाए गए हैं। इन्हां पुलां की उसारी ते 43 करोड़ रुपए की लागत आई है। सरहदी रोड संगठन वालों उसारे गए इन्हां पुलां का उद्घाटन उस समय होया है जब पूर्वी लद्दाख में सरहद ते भारत ते चीन विचाले तनाव की स्थिति बनी हुई है। पुलां के उद्घाटन समय रक्षा मंत्री राजनाथ सिंह ने अपने संखेप संबोधन में कहा कि उन्होंने सरकार देश दी सरहदां ते मूल ढांचा वधाउण लई वचनबद्ध है ते इस वास्ते जरूरी वसीले उपलब्ध कराए जाणगे। उन्होंने दस्सिया कि जम्मू कश्मीर के लोगों ते हथियारबंद फौजां दीआं लोड़ां नूं ध्यान विच रखदे कई होर विकास प्रोजेक्ट भी शुरू किए जा रहे हैं, जिस बारे ऐलान छेती किया जाएगा। उन्होंने दस्सिया कि इस समय जम्मू खेत्र विच 1000 किलोमीटर लंबियां सड़कों की उसारी चल रही है। जम्मू के रहने वाले मेरे बहनों भाइयों, आज बॉर्डर रोड ऑर्गेनाइजेशन द्वारा बनाए गए 6 पुलों के डिजिटल उद्घाटन के अवसर पर आप सबके बीच उपस्थित होकर मुझे बेहद खुशी हो रही है। मैं स्थानीय लोगों सहित समस्त देशवासियों को इसके लिए हार्दिक बधाई देता हूं और इन पुलों को भी आप सभी को मैं समर्पित करता हूं। रक्षा मंत्रालय एक बुलारे ने कहा कि यह पुल जम्मू कश्मीर के लोगों को समर्पित किए गए हैं तो इस नाल एक वड्डा सुनेहा जाता है कि गवांढी दुश्मन मुल्क दीआं हरकतां दे बावजूद भारत सरहदी खेत्रों में मूल ढांचे के विकास नूं जारी रखेगा। सुप्रीम कोर्ट ने प्रवासी मजदूरों के मुद्दे ते महाराष्ट्र सरकार नूं झाड़ पाउंदिआं उसके इस दावे नूं मन्नण तो इनकार किया है कि इस मुहासते सूबे में कोई समस्या नहीं है। सुप्रीम कोर्ट ने कहा कि प्रवासी मजदूरों के मुद्दे ते सूबा सरकार की जिम्मेदारी बनती है कि वह कमियां पेशियां लभे तो उन्होंने दुरुस्त करने लई काम करे। जस्टिस अशोक भूषण, जस्टिस SK कौल और जस्टिस अहमद शाह की अदालत बेंच ने सूबा सरकार नूं कोविड-19 संकट दौरान अपने गृह सूबे नूं वापस जाण दे इच्छुक प्रवासी मजदूरों ਦੀਆਂ ਸਮੱਸਿਆਵਾਂ ਘੱਟ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਇੱਕ ਤਾਜ਼ਾ ਐਫੀਡੇਵਿਟ ਫਾਈਲ ਕਰਨ ਲਈ ਆਖਿਆ ਹੈ। ਸੂਬਾ ਸਰਕਾਰ ਤਰਫੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਮਹਾਰਾਸ਼ਟਰ ਸਰਕਾਰ ਵੱਲੋਂ 6 ਜੁਲਾਈ ਨੂੰ ਐਫੀਡੇਵਿਟ ਦਾਇਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਨੇ ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰੀਂ ਭੇਜਿਆ ਹੈ ਉਹਨਾਂ ਦੀ ਸੂਚੀ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ। ਤੁਸ਼ਾਰ ਮਹਿਤਾ ਨੇ ਕਿਹਾ ਕਿ ਇਸ ਐਫੀਡੇਵਿਟ ਦਾ ਮੁੱਖ ਬਿੰਦੂ ਇਹੋ ਸੀ ਕਿ ਜੋ ਪ੍ਰਵਾਸੀ ਮਜ਼ਦੂਰ ਪਹਿਲੋਂ ਆਪਣੇ ਗ੍ਰਹਿ ਸੂਬੇ ਨੂੰ ਵਾਪਸ ਜਾਣਾ ਚਾਹੁੰਦੇ ਸਨ ਉਹਨਾਂ ਰੁਜ਼ਗਾਰ ਦੇ ਮੌਕੇ ਖੁੱਲ੍ਹਣ ਤੋਂ ਬਾਅਦ ਮਹਾਰਾਸ਼ਟਰ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ 1 ਮਈ ਤੋਂ ਹੁਣ ਤੱਕ 3,50,000 ਕਾਮੇ ਆਪਣੇ ਕੰਮਾਂ ਤੇ ਵਾਪਸ ਪਰਤੇ ਹਨ। ਬੈਂਚ ਨੇ ਕਿਹਾ ਕਿ ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਗੱਲ ਦਾ ਪਤਾ ਲਗਾਏ ਕਿ ਪ੍ਰਵਾਸੀਆਂ ਦੇ ਕਿਹੜੇ ਗਰੁੱਪ ਨੂੰ ਭੋਜਨ ਸਮੇਤ ਆਵਾਜਾਈ ਅਤੇ ਹੋਰ ਸਹੂਲਤਾਂ ਮਿਲ ਰਹੀਆਂ ਹਨ ਅਤੇ ਕਿਹਨਾਂ ਨੂੰ ਨਹੀਂ ਮਿਲ ਰਹੀਆਂ। ਮਹਿਤਾ ਨੇ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਵਾਪਸ ਜਾਣਾ ਚਾਹੁੰਦੇ ਸਨ ਉਹ ਵਾਪਸ ਚਲੇ ਗਏ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਉਹਨਾਂ ਨੂੰ ਆਪਣੇ ਹੁਨਰ ਦੇ ਹਿਸਾਬ ਨਾਲ ਕੰਮ ਨਾ ਮਿਲ ਰਿਹਾ ਹੋਵੇ।
ਹੋਵੇ। ਬੈਂਚ ਨੇ ਸੋਲੀਸਿਟਰ ਜਨਰਲ ਨੂੰ ਸੁਣਵਾਈ ਦੀ ਅਗਲੀ ਤਾਰੀਖ ਤੇ ਸਹੀ ਐਫੀਡੇਵਿਟ ਫਾਈਲ ਕਰਨ ਲਈ ਆਖਿਆ ਹੈ। ਸਰਵਉੱਚ ਅਦਾਲਤ ਨੇ ਇਸ ਮਾਮਲੇ ਤੇ ਅਗਲੀ ਸੁਣਵਾਈ 17 ਜੁਲਾਈ ਤੇ ਪਾ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ, ਪਰ ਭਾਰਤ ਵਿੱਚ ਅਜੇ ਇਸ ਮਹਾਮਾਰੀ ਦੀ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਨਹੀਂ ਹੋਈ ਹੈ ਤੇ ਦੇਸ਼ ਦੇ ਕੁਝ ਖੇਤਰਾਂ ਵਿੱਚ ਸਥਾਨਕ ਪੱਧਰ ਤੇ ਕੋਰੋਨਾ ਵਾਇਰਸ ਦੇ ਫੈਲਣ ਦੀ ਪੁਸ਼ਟੀ ਜ਼ਰੂਰ ਹੋਈ ਹੈ। ਸਿਹਤ ਮੰਤਰਾਲੇ ਵਿੱਚ ਓਐਸਡੀ ਰਾਜੇਸ਼ ਭੂਸ਼ਣ ਨੇ ਪ੍ਰੈਸ ਬਰੀਫਿੰਗ ਦੌਰਾਨ ਦੱਸਿਆ ਕਿ ਮੰਤਰੀ ਸਮੂਹ ਦੀ ਬੈਠਕ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਖੁਲਾਸਾ ਕੀਤਾ ਕਿ ਭਾਰਤ ਵਿੱਚ ਅਜੇ ਕਮਿਊਨਿਟੀ ਪੱਧਰ ਤੇ ਕੋਰੋਨਾ ਵਾਇਰਸ ਦਾ ਫੈਲਾਅ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਭਾਰਤ ਵਿੱਚ ਸਿਰਫ 49 ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਕੁੱਲ ਮਾਮਲੇ ਵਿੱਚੋਂ 80% ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਦੇਸ਼ ਵਿੱਚ 773 ਜ਼ਿਲ੍ਹੇ ਹੋਣ ਅਤੇ ਜੇ ਸਿਰਫ 49 ਜ਼ਿਲ੍ਹਿਆਂ ਵਿੱਚ 80% ਮਾਮਲੇ ਪਾਏ ਜਾਣ ਤਾਂ ਕਮਿਊਨਿਟੀ ट्रांसमिशन की गल करना वाजिब नहीं है। मैंने काफ़ी विस्तार में पूर्व में बताया, WHO ने भी लोकलाइज्ड आउटब्रेक और कम्युनिटी ट्रांसमिशन की कोई स्टैंडर्ड परिभाषा नहीं जारी की है। उन्होंने अपने मेंबर स्टेट्स को ये अधिकार दिए हैं कि वो स्थानीय स्थिति का आकलन करने के बाद रिपोर्टिंग करें, जिसको WHO हूबहू जिस तरह से रिपोर्टिंग हुई अपने वेबसाइट पर दिखाता है। मित्रों, ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਦੀ ਸਥਿਤੀ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ ਹੈ। ਨਵੀਂ ਦਿੱਲੀ ਵਿੱਚ ਪ੍ਰੈਸ ਬਰੀਫਿੰਗ ਦੌਰਾਨ ਗ੍ਰਹਿ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੀ ਦਰ 72% ਤੋਂ ਜ਼ਿਆਦਾ ਹੈ ਤੇ ਕੋਰੋਨਾ ਦੇ ਦੁੱਗਣਾ ਹੋਣ ਦੀ ਦਰ ਕਰੀਬ 30 ਦਿਨ ਦੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਕੋਵਿਡ-19 ਲਈ 6,79,000 ਨਮੂਨਿਆਂ ਦੀ ਜਾਂਚ ਹੋਈ ਹੈ। रोज़ाना कोविड-19 ਲਈ 20,000 ਟੈਸਟ ਕੀਤੇ ਜਾ ਰਹੇ ਹਨ। ਸੰਯੁਕਤ ਸਕੱਤਰ ਨੇ ਕਿਹਾ ਕਿ ਰੋਜ਼ਾਨਾ ਟੈਸਟਿੰਗ ਦੇ ਵਾਧੇ ਦੇ ਬਾਵਜੂਦ ਦਿੱਲੀ ਵਿੱਚ ਕੋਰੋਨਾ ਦੇ ਐਕਟਿਵ ਮਾਮਲੇ ਦੀ ਗਿਣਤੀ ਕਾਬੂ ਹੇਠ ਹੈ। इधर पंजाब के मुख मंत्री कैप्टन अमरिंदर सिंह ने सूबे में लगातार वध रहे कोरोना मामलों के मद्देनज़र प्लाज्मा बैंक स्थापित करने को मंजूरी दी है। मुख मंत्री दफ्तर वालों जारी प्रेस रिलीज में यह भी कहा गया है कि सूबा सरकार कोरोना वायरस न सब तो वध प्रभावित 5 जिलों में अपने पायलट रैपिड एंटीजन टैसटिंग प्रोजैक्ट को लॉन्च करने जा रही है। कोविड हालात बारे वीडियो कॉन्फ्रेंस राही समीक्षा मीटिंग दौरान मुख मंत्री कैप्टन अमरिंदर सिंह ने ब्लड बैंक और ट्रांसफ्यूजन मैडिसन की साबका मुखी डॉक्टर नीलम बरवाहा की देख रेख तहत प्लाज्मा बैंक की स्थापना को मंजूरी दी। प्लाज्मा बैंक के स्थापित होने नाल कोविड-19 के गंभीर मरीजों या वधेरे जोखम वाले मरीजों के इलाज में मदद मिलेगी। मीटिंग में दस्सिया गया कि हुण तक प्लाज्मा थैरेपी राही इलाज लई प्रयोग वजों कुल 15 मरीजों को भर्ती किया गया, जिन्हां विचों 8 मरीजों को प्लाज्मा थैरेपी दी गई, जबकि बाकी 7 भारतीय मैडिकल खोज काउंसिल के दिशा निर्देशों अनुसार वक्रे रखे गए। प्लाज्मा थैरेपी वाले 5 मरीज पूरी तरह सेहतयाब हो गए तो उन्होंने छेती हस्पताल तो छुट्टी दे दी जाएगी। मीटिंग में यह भी दस्सिया गया कि हुण तक कोरोना वायरस तो ठीक हुए 300 मरीजों में 11 मरीजों ने प्लाज्मा दान किया है। मीटिंग दौरान मुख्यमंत्री ने सूबे में कोविड सुरक्षा नियमों की उलंघना दियां वधदियां घटनावां ते चिंता जाहिर करदे कहा कि वो सारियां ही रजिस्टर्ड सियासी पार्टियों को वड्डे घटना करने लई चिट्ठियां लिखणगे। मीटिंग में पंजाब के DGP दिनकर गुप्ता ने दस्सिया कि पुलिस वालों कई सियासी पार्टियों विरुद्ध कोविड सुरक्षा नियमों की उलंघना विरुद्ध मामले दर्ज किए गए हैं। भारतीय स्टेट बैंक के खेतरी दफ्तर जलंधर और प्रशासनक दफ्तर लुधियाना ने कोविड-19 के वधदे मामलों के मद्देनज़र सिविल हस्पताल जलंधर को 3 वेंटीलेटर भेंट किए हैं। इस मौके SBI के प्रशासनक दफ्तर लुधियाना के उप महाप्रबंधक कौशल किशोर ने दस्सिया कि भारतीय स्टेट बैंक कोरोना वायरस विरुद्ध जंग लई हर समय समाज नाल खड़ा है। उन्होंने कहा कि इसे कड़ी तहत जलंधर शहर के मरीजों की लोड़ को पूरा करने लिए एक छोटा जिहा सहयोग किया गया है। इस प्रोग्राम में सिविल सर्जन डॉक्टर गुरिंदर कौर चावला, मैडिकल सुपरिंटेंडेंट डॉक्टर हरिंदरपाल सिंह और SMO डॉक्टर चरणजीव सिंह तो इलावा भारतीय स्टेट बैंक के खेतरी प्रबंधक विपिन कुमार, प्रदीप कुमार ते मुख प्रबंधक पवन बासी भी मौजूद सन। लॉकडाउन कारण भारत ते पाकिस्तान में एक दूजे मुल्कों के फंसे नागरिकों की वापसी लगातार जारी है। इस तहत भारत में फंसे 82 पाकिस्तानी नागरिकों को अटारी वाघा सरहद राही वापस उन्होंने वतन भेजा गया। उधर पाकिस्तान में पिछले कुछ 4 महीनों तो फंसे 114 भारतीयों की भी वतन वापसी हुई है। कोरोना के मद्देनज़र अटारी वाघा सरहद से खास चौकसी वरत्या सेहत विभाग की टीम वालों आउण जाने वाले सारे लोगों की मुकम्मल जांच की गई। अमृतसर के SCM शिवराज सिंह बाल अनुसार पाकिस्तान तो परत 114 भारतीय जो जम्मू कश्मीर
ਨਾਲ ਸੰਬੰਧਿਤ 34 ਨਾਗਰਿਕਾਂ ਨੂੰ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਵੱਲੋਂ ਭੇਜੀਆਂ ਬੱਸਾਂ ਵਿੱਚ ਰਵਾਨਾ ਕਰ ਦਿੱਤਾ ਗਿਆ, ਜਦਕਿ ਰਾਜਸਥਾਨ, ਪੰਜਾਬ, ਮਹਾਰਾਸ਼ਟਰ, ਗੁਜਰਾਤ, ਉੱਤਰਾਖੰਡ, ਬਿਹਾਰ ਅਤੇ ਕਰਨਾਟਕ ਸਮੇਤ ਵੱਖ-ਵੱਖ ਸੂਬਿਆਂ ਦੇ ਭਾਰਤ ਪਰਤੇ ਲੋਕਾਂ ਨੂੰ ਅੰਮ੍ਰਿਤਸਰ ਵਿਖੇ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਗਲੇ 7 ਦਿਨਾਂ ਵਿੱਚ ਇਹਨਾਂ ਸਾਰਿਆਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਾਣਗੇ ਤੇ ਰਿਪੋਰਟ ਨੈਗੇਟਿਵ ਆਉਣ ਦੀ ਸੂਰਤ ਵਿੱਚ ਇਹਨਾਂ ਨੂੰ 1 ਹਫ਼ਤੇ ਲਈ ਘਰਾਂ ਅੰਦਰ ਕੁਆਰੰਟਾਈਨ ਰਹਿਣ ਦੇ ਨਿਰਦੇਸ਼ ਦੇ ਕੇ ਆਪੋ ਆਪਣੇ ਸੂਬਿਆਂ ਨੂੰ ਭੇਜ ਦਿੱਤਾ ਜਾਏਗਾ। ਸੋ ਜੀ, ਇਹ ਸਨ ਇਸ ਬੁਲੇਟਿਨ ਦੀਆਂ ਖਬਰਾਂ। ਆਪਣਾ ਖਿਆਲ ਰੱਖੋ। ਮੈਨੂੰ ਇਜਾਜ਼ਤ ਦਿਓ। ਨਮਸਕਾਰ।